हम अवगुण भरे एक गुण नाही, अमृत छाड़ बिख बिख माया मोह परम पै सतदारा स्यों। एक उत्तम पंथ सुन्यो गुर संगत, तेह मिलंत जम एक अरदास पाठ कीरत के गुर रामदास। सो कहो टल गुर सेविया, अहनस सहज सुभाए। दर्शन परस्य गुरु का, जन्म मरण दुख जाए। होवै सिफत खसंबंधी, नूर अर सोह कुर सोह चटे। डठे सच्चे पातशाह, माल जन्म जन्म दी। सज्जन सच्चा पातशाह, सिर साहांद। जिस पास बैठिया सोहीया, सबना दा वेसाह। सतनाम श्री वाहेगुरु साहिब जी। सोरठ महला नौवा। मन रे कौन को मत तैलीने, परदारा निंदया रस रचियो। राम भगत नह कीने, धन जोरन को धाया। अंत संग काहू नहीं देना, बिरथा आप बंधाया। ना हर पयो ना गुरजन सेव्यो, नह उपजयो कछ ज्ञाना। घट ही मह नरंजन तेरा, तै खोजत उदयाना। बहुत जन्म पर मत तहारियो, अस्थिर मत नहीं पाए। मानस देह पाए पद हर भज, नानक बात बताए। बहुत जन्म पर मत तहारियो, अस्थिर मत नहीं पाए। मानस देह पाए पद हर भज, नानक बात बताए। वाहिगुरु जी का खालसा, वाहिगुरु जी की फतेह। परम सत्कार योग सन्मान योग गुरु स्वरूप गुरु खालसा साध संगत जीओ। तंता दे पात्र हो, वडभागी हो। ਅੰਮ੍ਰਿਤ ਵੇਲੇ ਤੋਂ ਸਾਹਿਬ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਦਰਬਾਰ ਅੰਦਰ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਅੱਜ ਦੇ ਦਿਨ ਸੁਬਹ ਅੰਮ੍ਰਿਤ ਵੇਲੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਆ ਕੇ ਮਿਲੇ ਹਨ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਟਿੰਡ ਦਾ ਸਰਾਣਾ ਲਾਏ, ਆਪਣੀ ਬਾਂਹ ਸਿਰ ਤੇ ਰੱਖੀ ਹੋਈ ਤੇ ਲੇਟੇ ਹੋਏ ਬਿਰਾਜੇ ਹੋਏ ਨੇ। ਇੱਕ ਹੱਥ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਣੀ ਤਲਵਾਰ ਦੇ ਮੁੱਠੇ ਤੇ ਹੈ। ਜਿਸ ਵੇਲੇ ਭਾਈ ਦਇਆ ਸਿੰਘ ਧਰਮ ਸਿੰਘ ਹੋਣੀ ਮਹਾਰਾਜ ਜੀ ਦੇ ਨੇੜੇ ਆਏ ਤੇ ਰਾਤ ਦਾ ਸਮਾਂ ਸੀ ਅੰਮ੍ਰਿਤ ਵੇਲੇ ਦਾ, ਗੁਰਦੇਵ ਦੇ ਹੱਥ ਦੇ ਵਿੱਚ ਇੱਕ ਗੁਲ ਤਰਾਣ ਦਸਤਾਨੇ ਦੇ ਵਿੱਚ ਤੀਰ ਚਲਾਉਣ ਵਾਸਤੇ ਦਸਤਾਨਾ ਪਾਉਂਦੇ ਐ, ਉਹਦੇ 'ਚ ਇੱਕ ਹੀਰਾ ਲੱਗਾ ਹੋਇਆ ਚਮਕਦਾ ਸੀ। ਭਾਈ ਦਇਆ ਸਿੰਘ ਹੋਣਾ ਨੇ ਪਹਿਚਾਣ ਕੀਤੀ ਕਿ ਜਾਪਦਾ ਉਹ ਹੀਰਾ ਚਮਕਦਾ ਸਤਿਗੁਰੂ ਜੀ ਬਿਰਾਜੇ ਨੇ। ਗੁਰਦੇਵ ਦੇ ਜਦੋਂ ਨਿਕਟ ਆਏ, ਮਹਾਰਾਜ ਜੀ ਨੇ ਪੈਰਾਂ ਦਾ ਖੜਾਕ ਸੁਣਿਆ, ਇੱਕਦਮ ਮਿਆਨ ਚੋਂ ਤਲਵਾਰ ਧੂ ਲਈ ਕਿ ਸ਼ਾਇਦ ਕੋਈ ਦੁਸ਼ਮਣ ਹੈ। ਭਾਈ ਦਇਆ ਸਿੰਘ ਹੋਣਾ ਨੇ ਆਖਿਆ, ਮਹਾਰਾਜ ਜੀ ਆਪ ਜੀ ਦੇ ਚਰਨਾਂ ਦੇ ਦਾਸ ਹਾਂ। ਗੁਰਦੇਵ ਦੇ ਚਰਨਾਂ ਵਿੱਚ ਤਿੰਨੇ ਸਿੰਘ ਹਾਜ਼ਰ ਹੋਏ। ਪਾਤਸ਼ਾਹ ਦੇ ਚਰਨਾਂ ਵਿੱਚ ਛਾਲੇ ਪੈ ਚੁੱਕੇ ਸਨ। ਮਾਨਵੀ ਲੀਲਾ ਦਾ ਠਾਠ ਸਤਿਗੁਰੂ ਜੀ ਰਚ ਰਹੇ ਨੇ। ਭਾਈ ਮਾਨ ਸਿੰਘ ਨੂੰ ਆਖਿਆ, ਮਾਨ ਸਿੰਘ ਜੀ ਆਪਣੇ ਮੋਢੇ ਦਾ ਆਸਰਾ ਦਿਓ, ਅਸੀਂ ਟੁਰਨਾ ਚਾਹੁੰਦੇ ਹਾਂ। ਇਸ਼ਨਾਨ ਪਾਨ ਕੀਤੇ ਹਨ। ਲੋ ਲੱਗੀ। ਜਿਸ ਬਾਗ ਵਿੱਚ ਸਤਿਗੁਰੂ ਜੀ ਉਤਰੇ ਹੋਏ ਸਨ, ਉਹ ਬਾਗ ਗੁਰੂ ਘਰ ਦੇ ਮਸੰਦ ਭਾਈ ਗੁਲਾਬੇ ਤੇ ਪੰਜਾਬੇ ਦਾ ਸੀ। ਉਹਨਾਂ ਦੇ ਨੌਕਰ ਨੇ ਗੁਰੂ ਸਾਹਿਬ ਦੀ ਪਹਿਚਾਣ ਕੀਤੀ, ਜਾ ਕੇ ਭਾਈ ਗੁਲਾਬੇ ਨੂੰ ਦੱਸਿਆ, ਤੁਹਾਡੇ ਗੁਰੂ ਪਾਤਸ਼ਾਹ ਜੀ ਆਏ ਨੇ, ਤੁਹਾਡੇ ਬਾਗ ਵਿੱਚ ਉਤਾਰਾ ਕੀਤਾ ਹੋਇਆ ਮਾਛੀਵਾੜੇ ਸ਼ਹਿਰ ਵਿੱਚ। ਗੁਲਾਬਾ ਤੇ ਪੰਜਾਬਾ ਦੋਵੇਂ ਭਰਾ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਹਾਜ਼ਰ ਹੋਏ। ਗੁਰਦੇਵ ਨੂੰ ਬੇਨਤੀ ਕਰਕੇ ਆਪਣੇ ਘਰ ਲੈ ਕੇ ਗਏ। ਸਤਿਗੁਰਾਂ ਦਾ ਉਤਾਰਾ ਆਪਣੇ ਘਰ ਵਿੱਚ ਕਰਵਾਇਆ। ਕਈ ਦਿਨਾਂ ਦਾ ਮਹਾਰਾਜ ਜੀ ਦਾ ਕਮਰ ਕੱਸਾ ਲੱਗਾ ਹੋਇਆ ਸੀ। ਜੰਗ ਦੇ ਮੈਦਾਨ ਵਿੱਚ ਸੂਰਮੇ ਅਕਸਰ ਜੰਗੀ ਲੰਗੋਟ ਵੀ ਲਾਇਆ ਕਰਦੇ ਸੀ। ਉਹ ਲੰਗੋਟ ਇਤਨਾ ਕੱਸਿਆ ਹੋਇਆ ਸੀ, ਕਛਹਿਰੇ ਦੇ ਥੱਲੇ ਮਹਾਰਾਜ ਜੀ ਦਾ ਉਹ ਲੰਗੋਟ ਲੱਗਾ ਸੀ ਜੰਗੀ। ਭਾਈ ਮਾਨ ਸਿੰਘ ਜੀ ਨੂੰ ਮਹਾਰਾਜ ਜੀ ਨੇ ਬਚਨ ਕੀਤਾ, ਮਾਨ ਸਿੰਘ ਜੀ ਇਸ਼ਨਾਨ ਪਾਨ ਕਰੀਏ। ਲੰਗੋਟ ਮਾਸ ਦੇ ਵਿੱਚ ਧਸਿਆ ਹੋਇਆ ਸੀ, ਉਹ ਉਤਰ ਨਹੀਂ ਰਿਹਾ, ਉਹਦੀ ਗੰਢ ਖੁੱਲ ਰਹੀ। ਮਹਾਰਾਜ ਜੀ ਭਾਈ ਮਾਨ ਸਿੰਘ ਨੂੰ ਹੁਕਮ ਕਰਦੇ। ਮਾਨ ਸਿੰਘ ਜੀ ਥੋੜੀ ਜਿਹੀ ਲਾਜ ਕਰਦੇ। ਮਹਾਰਾਜ ਜੀ ਕਹਿੰਦੇ, ਮਾਨ ਸਿੰਘ ਪਿਓ ਪੁੱਤਰ ਦਾ ਕਾਹਦਾ ਪੜਦਾ ਹੁੰਦਾ ਹੈ, ਤੁਸੀਂ ਸਾਡੇ ਸਪੁੱਤਰ ਹੋ। ਉਸ ਵੇਲੇ ਕਮਰ ਕੱਸਾ ਖੋਲਿਆ, ਇਸ਼ਨਾਨ ਪਾਨ ਕਰਕੇ ਗੁਲਾਬੇ ਦੇ ਘਰ ਉਤਾਰਾ ਕੀਤਾ। ਉਹ ਅੱਜ ਦਾ ਦਿਨ ਹੈ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬੇਅੰਤ ਚੋਜ ਨੇ। ਇਹ ਸਤਿਗੁਰਾਂ ਦੀ ਆਪਣੀ ਲੀਲਾ ਹੈ। ਮਹਾਰਾਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਐਸੇ ਸੋਹਣੇ ਸਰੂਪ ਨੂੰ ਮਾਛੀਵਾੜੇ ਸ਼ਹਿਰ ਦੇ ਅੰਦਰ ਮਹਿਸੂਸ ਕਰਦਿਆਂ ਹੋਇਆਂ ਨਮਸਕਾਰ ਕਰੀਏ। ਔਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਮਹਾਰਾਜ ਜੀ ਦੇ ਪਵਿੱਤਰ ਸ੍ਰੀ ਮੁਖਵਾਕ ਨੂੰ ਰਲ ਮਿਲ ਕੇ ਵਿਚਾਰੀਏ। ਨੌਵੇਂ ਗੁਰਦੇਵ ਤਿਲਕ ਤੇ ਜੰਜੂ ਦੇ ਰਾਖੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਹਾਦਰ ਹੋਤ ਜਹਾਂ ਸਿਮਰੇ। ਜਿੱਥੇ ਵੀ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਸਿਮਰੀਏ, ਉੱਥੇ ਹੀ ਮਹਾਰਾਜ ਜੀ ਹਾਜ਼ਰ ਨਾਜ਼ਰ ਹੋ ਜਾਂਦੇ ਹਨ। ਐਸੇ ਦੀਨ ਦਿਆਲ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਬਾਦਰ ਹੈ ਤਿਹ ਨਰ ਜਗ ਮੈਂ, ਜਾਣਿਓ ਨਹੀਂ ਹੈ ਇਹੀ ਜਗ ਕਾਦਰ। ਉਹ ਬੰਦੇ ਸੰਸਾਰ ਦੇ ਵਿੱਚ ਵਿਅਰਥ ਹੀ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ, ਜਿਹੜੇ ਨਹੀਂ ਜਾਣਦੇ
ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪ ਕਾਦਰ ਨੇ, ਆਪ ਰੱਬ ਨੇ, ਆਪ ਅਕਾਲ ਪੁਰਖ ਨੇ। ਐਸੇ ਦੀਨ ਦਿਆਲ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸ਼ਬਦ ਨੂੰ ਵਿਚਾਰਨ ਲਈ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ ਤੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ। ਸੋਰਠ ਮਹੱਲਾ ਨੌਵਾਂ। ਮਨ ਰੇ ਕੌਣ ਕੁਮਤ ਤੈ ਲੀਨੇ। ਸੋਰਠ ਰਾਗ ਹੈ, ਮਹਾਂਪੁਰਸ਼ ਇਸ ਨੂੰ ਰਾਗਣੀ ਵੀ ਕਹਿੰਦੇ ਹਨ। ਰਾਗਮਾਲਾ ਦੇ ਮੁਤਾਬਕ ਇਹ ਰਾਗਣੀ ਹੈ। ਮਹੱਲਾ ਨਾਵਾਂ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕਰ ਰਹੇ ਨੇ। ਮਨ ਰੇ, ਹੇ ਮੇਰੇ ਮਨ, ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿਣਾ। ਨਿਜ ਮਨ ਨੂੰ ਸਰੋਤਾ ਬਣਾ ਕੇ ਆਪ ਵਕਤਾ ਬਣ ਕੇ ਇਸ ਨੂੰ ਉਪਦੇਸ਼ ਦੇਣਾ। ਹੇ ਮੇਰੇ ਮਨ। ਅਕਸਰ ਅਸੀਂ ਉਪਦੇਸ਼ ਦੂਸਰਿਆਂ ਨੂੰ ਦਿੰਦੇ ਹਾਂ, ਦੂਸਰਿਆਂ ਨੂੰ ਕਹਿੰਦੇ ਆ ਭਾਈ ਇਹ ਕੰਮ ਏਦਾਂ ਕਰੋ। ਉਹ ਅੱਗੋਂ ਕੋਈ ਪੁੱਛ ਲੈ ਕਿ ਤੂੰ ਕਰਕੇ ਵੇਖਿਆ, ਕਹਿੰਦੇ ਨਹੀਂ ਮੈਨੂੰ ਫਲਾਣੇ ਨੇ ਕਿਹਾ ਸੀ, ਮੈਂ ਤਾਂ ਨਹੀਂ ਕਰਕੇ ਵੇਖਿਆ, ਤੂੰ ਵੇਖ। ਏਦਾਂ ਦੀ ਬਹੁਤਾਤ ਸੰਸਾਰ ਦੇ ਵਿੱਚ ਲੋਕਾਂ ਦੀ ਹੈ। ਦੂਸਰੇ ਨੂੰ ਉਪਦੇਸ਼ ਦੇਣਾ, ਆਪਣੇ ਮਨ ਨੂੰ, ਆਪਣੇ ਆਪ ਨੂੰ ਉਪਦੇਸ਼ ਨਹੀਂ ਦੇਣਾ। ਗੁਰਦੇਵ ਦੇ ਬਚਨ ਨੇ ਔਰਨ ਕੈ ਉਪਦੇਸ਼ਿਤ ਹੈ, ਪਸ ਤੋਹੇ ਪ੍ਰਬੋਧ ਨਾ ਲਾਗੈ। ਦੂਸਰਿਆਂ ਨੂੰ ਉਪਦੇਸ਼ ਦਿੰਨਾ, ਪਸ਼ੂਆ ਉਹ ਜਾਨਵਰਾ, ਤੈਨੂੰ ਗਿਆਨ ਨਹੀਂ ਪ੍ਰਾਪਤ ਹੁੰਦਾ। ਜਿਹੜਾ ਉਪਦੇਸ਼ ਤੂੰ ਕਿਸੇ ਦੂਸਰੇ ਨੂੰ ਦੇ ਰਿਹਾ ਹੈ ਕਿ ਉਹ ਤੇਰੇ ਵਾਸਤੇ ਨਹੀਂ ਹੈ, ਉਹ ਤੇਰੇ ਵਾਸਤੇ ਵੀ ਹੈ। ਪਹਿਲਾਂ ਤੂੰ ਆਪ ਉਸ ਉਪਦੇਸ਼ ਦਾ ਧਾਰਨੀ ਬਣ। ਇੱਕ ਕਹਿਵਤ ਸੁਣਾਇਆ ਕਰਦੇ ਨੇ ਸਤਿਪੁਰਸ਼। ਇੱਕ ਮਹਾਤਮਾ ਦੇ ਪਾਸ ਇੱਕ ਮਾਂ ਆਪਣੇ ਬੱਚੇ ਨੂੰ ਲੈ ਕੇ ਆਈ। ਉਸ ਮਹਾਤਮਾ ਨੂੰ ਕਹਿਣ ਲੱਗੀ, ਸੰਤ ਜੀ ਇਹ ਬੱਚਾ ਗੁੜ ਬੜਾ ਖਾਂਦਾ, ਤੁਸੀਂ ਇਹਨੂੰ ਆਖੋ ਵੀ ਜ਼ਿਆਦਾ ਗੁੜ ਨਾ ਖਾਇਆ ਕਰੇ। ਮਹਾਤਮਾ ਸੁਣ ਕੇ ਚੁੱਪ ਕਰ ਗਏ। ਕਹਿੰਦੇ ਮਾਤਾ ਇਹਨੂੰ 10 ਦਿਨ ਬਾਅਦ ਲੈ ਕੇ ਆਈ। 10 ਦਿਨਾਂ ਬਾਅਦ ਜਦੋਂ ਉਹਨੂੰ ਲੈ ਕੇ ਆਏ ਤੇ ਫਿਰ ਉਹ ਮਹਾਤਮਾ ਕਹਿਣ ਲੱਗੇ, ਬੇਟਾ ਗੁੜ ਨਹੀਂ ਖਾਈਦਾ ਜ਼ਿਆਦਾ, ਇਹ ਖਰਾਬ ਕਰਦਾ। ਉਹ ਮਾਈ ਬੜੀ ਹੈਰਾਨ ਹੋਈ, ਕਹਿਣ ਲੱਗੀ ਸੰਤ ਜੀ ਜੇ ਇੰਨੀ ਗੱਲ ਕਹਿਣੀ ਸੀ ਉਦੋਂ ਨਹੀਂ ਕਹਿ ਦਿੰਦੇ, 10 ਦਿਨ ਵਿੱਚ ਪਾਣ ਦੀ ਕੀ ਜ਼ਰੂਰਤ ਸੀ। ਕਹਿਣ ਲੱਗੇ ਮਾਈ ਉਦੋਂ ਮੈਂ ਆਪ ਗੁੜ ਖਾਂਦਾ ਸੀ, ਇਹਨੂੰ ਕਿਵੇਂ ਕਹਿੰਦਾ ਵੀ ਨਾ ਖਾ। ਹੁਣ ਮੈਨੂੰ 10 ਦਿਨ ਲੱਗੇ ਨੇ ਛੱਡਦਿਆਂ ਹੁਣ ਮੈਂ ਤਿਆਗਿਆ ਤੇ ਹੁਣ ਇਹਨੂੰ ਕਹਿ ਰਿਹਾ ਵੀ ਤੂੰ ਨਾ ਖਾਇਆ ਕਰ। ਇਹ ਕਹਿਵਤ ਸੁਣਾ ਕੇ ਦੱਸਿਆ ਜਾਂਦਾ ਹੈ ਕਿ ਦੂਸਰੇ ਨੂੰ ਉਪਦੇਸ਼ ਦੇਣ ਵਾਲੇ ਉਪਦੇਸ਼ਕਰਤਾ ਨੂੰ ਆਪਣੇ ਨਿਜ ਮਨ ਨੂੰ ਵੀ ਉਪਦੇਸ਼ ਦੇਣਾ ਚਾਹੀਏ। ਕੇਵਲ ਦੂਸਰੇ ਨੂੰ ਉਪਦੇਸ਼ ਦੇਣ ਵਾਲੇ ਬਾਬਤ ਪ੍ਰਤੀ ਮਹਾਰਾਜ ਜੀ ਨੇ ਬਚਨ ਲਿਖੇ ਨੇ ਕਿ ਜਿਹੜੇ ਕੇਵਲ ਦੂਸਰਿਆਂ ਨੂੰ ਉਪਦੇਸ਼ ਦਿੰਦੇ ਆ, ਕਹਿੰਦੇ ਉਹਨਾਂ ਦੇ ਮੂੰਹ ਵਿੱਚ ਰੇਤ ਭਰ ਕੇ ਪਾ ਦਿਓ ਤਾਂ ਜੋ ਬੋਲਣ ਯੋਗ ਨਾ ਰਹਿਣ। ਇਸ ਕਰਕੇ ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਦੂਸਰੇ ਨੂੰ ਉਪਦੇਸ਼ ਦਿੰਦਾ ਹੈ ਪਰ ਆਪ ਉਸ ਉਪਦੇਸ਼ ਦਾ ਧਾਰਨੀ ਨਹੀਂ ਹੁੰਦਾ।
ਤਾਂ ਇਦਾਂ ਦੇ ਜਿਹੜੇ ਪ੍ਰਾਣੀ ਹਨ, ਇਦਾਂ ਦੇ ਜਿਹੜੇ ਲੋਕ ਨੇ, ਉਹ ਆਉਂਦੇ ਜਾਂਦੇ ਰਹਿੰਦੇ ਨੇ, ਜੰਮਦੇ ਮਰਦੇ ਰਹਿੰਦੇ ਹਨ। ਇਸ ਕਰਕੇ ਗੁਰਦੇਵ ਜੀ ਇੱਥੇ ਸਾਨੂੰ ਬੜਾ ਸੋਹਣਾ ਉਪਦੇਸ਼ ਦਿੰਦੇ ਆ। ਇਹ ਕਹਿੰਦੇ ਆਪਣੇ ਮਨ ਨੂੰ ਉਪਦੇਸ਼ ਦੇਣਾ, ਆਪਣੇ ਨਿਜ ਮਨ ਨੂੰ। ਆਪਣੇ ਮਨ ਨੂੰ ਉਪਦੇਸ਼ ਦੇਂਦਿਆਂ ਕਹਿਣਾ, ਹੇ ਮੇਰਿਆ ਮਨਾ, ਤੂੰ ਆ ਕਿਹੜੀ ਖੋਟੀ ਮੱਤ ਲੈ ਲਈ ਹੈ? ਤੈਨੂੰ ਇਹ ਕੁਮੱਤ, ਕਿਹਦੀ ਕੁਮੱਤ ਲੈ ਲਈ ਹੈ ਤੂੰ? ਕਿਹਦੇ ਕੋਲੋਂ ਤੂੰ ਇਹ ਖੋਟੀ ਮੱਤ ਪ੍ਰਾਪਤ ਕਰ ਲਈ ਹੈ? ਕਿਉਂਕਿ ਇਹ ਮੱਤ ਮਨਾ ਤੇਰੀ ਨਹੀਂ ਹੈ। ਤੂੰ ਤਾਂ ਜੋਤ ਸਰੂਪ ਹੈ। ਜੋਤ ਸਰੂਪ ਮਨ ਦੀ ਇਹ ਮੱਤ ਨਹੀਂ ਹੋ ਸਕਦੀ। ਏ ਮੇਰਿਆ ਖੋਟਿਆ ਮਨਾ, ਤੂੰ ਇਹ ਖੋਟੀ ਮੱਤ ਕਿਸ ਦੀ ਲੈ ਲਈ ਹੈ? ਕਿਸ ਕੋਲੋਂ ਇਹ ਅਕਲ ਲੈ ਲਈ ਹੈ? ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੇ। ਪਰਦਾਰਾ ਪਰਾਈ ਇਸਤਰੀ ਦੇ ਔਰ ਪਰਾਈ ਨਿੰਦਿਆ ਦੇ ਰਸ ਦੇ ਵਿੱਚ ਤੂੰ ਰਚਿਆ ਹੋਇਆ ਹੈ। ਪਰਾਏ ਦੀ ਇਸਤਰੀ ਵੀ ਤੈਨੂੰ ਚੰਗੀ ਲੱਗਦੀ ਹੈ, ਪਰਾਏ ਦੀ ਨਿੰਦਿਆ ਵੀ ਤੈਨੂੰ ਚੰਗੀ ਲੱਗਦੀ ਹੈ। ਉਸੇ ਦੇ ਰਸ ਦੇ ਵਿੱਚ ਤੂੰ ਰਚਿਆ ਹੋਇਆ। ਮਨਾ ਇਹ ਖੋਟੀ ਮੱਤ ਤੂੰ ਲੈ ਕੇ ਇਹਦੇ ਕੋਲੋਂ ਲਈ ਹੈ, ਇਹ ਤੇਰੀ ਤਾਂ ਨਹੀਂ ਹੈ। ਇਹ ਸੁਭਾਅ ਮਨਾ ਤੇਰਾ ਤਾਂ ਨਹੀਂ ਹੈ, ਤੂੰ ਤਾਂ ਜੋਤ ਸਰੂਪ ਹੈ। ਪਰ ਆ ਖੋਟੀ ਮੱਤ ਤੂੰ ਕਿੱਥੋਂ ਲੈ ਲਈ? ਪਰ ਇਸਤਰੀ ਦੇ ਰਸ ਵਿੱਚ ਔਰ ਪਰਾਈ ਨਿੰਦਿਆ ਦੇ ਰਸ ਵਿੱਚ ਤੂੰ ਰਚਿਆ ਹੋਇਆ ਹੈ। ਗੁਰਦੇਵ ਦੇ ਬਚਨ ਹਨ, ਜੈਸਾ ਸੰਗ ਬਿਸਿਅਰ ਕਾ ਹੈ ਰੇ, ਤੈਸੋ ਹੀ ਇਹ ਪਰ ਗ੍ਰਹਿ। ਜਿਵੇਂ ਕਿਸੇ ਵਿਸ਼ੈਲੇ ਸੱਪ ਦੇ ਕੋਲ ਰਹਿਣਾ, ਉਹਦਾ ਸੰਗ ਬਹੁਤ ਜ਼ਿਆਦਾ ਦੁਖਦਾਈ ਹੁੰਦਾ ਹੈ, ਤੈਸੇ ਹੀ ਪਰਾਏ ਘਰ ਦਾ ਜਿਹੜਾ ਨਿਵਾਸ ਹੈ, ਪਰਾਏ ਘਰ ਦੇ ਵਿੱਚ ਜਿਹੜੀ ਤੱਕਣੀ ਆ, ਉਹਦਾ ਜਿਹੜਾ ਸੰਗ ਹੈ, ਉਹ ਵੀ ਜ਼ਹਿਰੀਲੇ ਨਾਗ ਦੇ ਸੰਗ ਦੇ ਵਿੱਚ ਵਸਣ ਦੇ ਤੁੱਲ ਹੈ। ਇਸ ਕਰਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਭਾਈ ਤੂੰ ਇਹ ਕਿਹੜੇ ਰਸ ਵਿੱਚ ਰਚਿਆ ਹੋਇਆ? ਤੇਰਾ ਕਰਮ ਹੈ ਆਤਮ ਰਸ ਨੂੰ ਮਾਣਨਾ, ਸਵੈ ਆਤਮ ਰਸ ਨੂੰ ਪੁੰਚਣਾ। ਤੂੰ ਹੋਰ ਹੀ ਰਸਾਂ ਵਿੱਚ ਲੱਗਿਆ ਹੋਇਆ। ਤੈਨੂੰ ਦੂਸਰਿਆਂ ਦੀ ਨਿੰਦਾ ਵੀ ਬੜੀ ਚੰਗੀ ਲੱਗਦੀ ਹੈ, ਪਰਾਈ ਨਿੰਦਾ ਵੀ ਤੈਨੂੰ ਬੜੀ ਚੰਗੀ ਲੱਗਦੀ ਹੈ। ਤੇਰੇ ਕੰਨ ਉਤਸੁਕ ਰਹਿੰਦੇ ਨੇ ਸੁਣਨ ਵਾਸਤੇ ਕਿ ਕਦੋਂ ਕਿਸੇ ਦੀ ਕੋਈ ਗੱਲ ਕਰੇ ਤੇ ਮੈਂ ਸੁਣਾ। ਨਵੀਂ ਤਾਜੀ ਸੁਣਨ ਦੀ ਤਾਂਘ ਤੇਰੇ ਅੰਦਰ ਬਣੀ ਰਹਿੰਦੀ ਹੈ, ਨਿੰਦਾ ਰੂਪ। ਉਹ ਵੀ ਕਿਸੇ ਦੂਸਰੇ ਦੀ। ਇਹ ਨਹੀਂ ਵੀ ਜੇ ਤੇਰੇ ਬਾਬਤ ਕੋਈ ਤੇਰੀ ਕਮੀ ਕਹੇ, ਉਹ ਨਹੀਂ ਸੁਣਨਾ ਚਾਹੁੰਦਾ ਆਪਣੇ ਕੰਨਾਂ ਨਾਲ। ਤਕਰੀਬਨ ਸੰਸਾਰ ਦਾ ਹਰ ਇੱਕ ਇਨਸਾਨ ਬੋਲਾ ਹੈ, ਹਰ ਇੱਕ ਇਨਸਾਨ ਬੋਲਾ ਹੈ, ਕੇਵਲ ਇੱਕ ਅੱਧਾ ਕੋਈ ਛੱਡ ਕੇ। ਬੋਲਾ ਕਿਉਂ ਹੈ? ਇਹਨੂੰ ਆਪਣੀ ਉਸਤਤ ਸੁਣਾਈ ਦਿੰਦੀ ਹੈ ਔਰ ਦੂਸਰੇ ਦੀ ਨਿੰਦਾ ਸੁਣਾਈ ਦਿੰਦੀ ਹੈ। ਆਪਣੀ ਨਿੰਦਾ ਸੁਣਾਈ ਨਹੀਂ ਦਿੰਦੀ ਔਰ ਦੂਸਰੇ ਦੀ ਉਸਤਤ ਵੀ ਸੁਣਾਈ ਨਹੀਂ ਦਿੰਦੀ। ਇਸ ਕਰਕੇ ਬੋਲਾ ਹੀ ਹੋਇਆ ਨਾ। ਅਕਸਰ ਕਈ ਦੇ ਕਦੇ ਕਦੇ ਬਜ਼ੁਰਗੀ ਦੀ ਹਾਲਤ ਵਿੱਚ ਕੋਈ ਚਲਾ ਜਾਏ, ਉੱਚਾ ਸੁਣਨ ਲੱਗ ਪਵੇ, ਤੇ ਕਈ ਵਾਰ ਤਾਂ ਹੌਲੇ ਜੀ ਬੋਲੀਏ ਬਜ਼ੁਰਗ ਸੁਣ ਲੈਂਦਾ, ਤੇ ਕਈ ਵਾਰ ਬਹੁਤ ਉੱਚਾ ਬੋਲਿਆ ਵੀ ਨਹੀਂ ਸੁਣਦਾ। ਘਰ ਦੇ ਜੀ ਗੱਲਾਂ ਕਰਦੇ ਹੁੰਦੇ ਨੇ ਵੀ ਜਦੋਂ ਕੋਈ ਮਤਲਬ ਦੀ ਗੱਲ ਹੁੰਦਾ ਬਾਪੂ ਝੱਟ ਸੁਣ ਲੈਂਦਾ, ਜੇ ਉਦਾਂ ਕਹਿਣਾ ਹੋਵੇ ਸੁਣਦਾ ਹੀ ਨਹੀਂ। ਜਦੋਂ ਕੁਝ ਮੰਗਣਾ ਹੋਵੇ ਉਦੋਂ ਅੱਗੋਂ ਹੈ ਕਰਦਾ। ਅਸਲ ਵਿੱਚ ਹੁੰਦਾ ਇਹ ਹੈ ਵੀ ਉਹਦੇ ਕੰਨਾਂ ਦੀ ਸੁਣਨ ਸ਼ਕਤੀ ਨਹੀਂ ਘਟੀ ਹੁੰਦੀ, ਇਕਾਗਰਤਾ ਘਟ ਗਈ ਹੁੰਦੀ ਹੈ ਸੁਣਨ ਵਿੱਚ। ਸੁਣਨ ਸ਼ਕਤੀ ਤਾਂ ਹੁੰਦੀ ਹੈ, ਇਕਾਗਰਤਾ ਪੂਰੀ ਕੰਨਾਂ ਦੇ ਵਿੱਚ ਨਹੀਂ ਹੁੰਦੀ। ਕਈ ਵਾਰ ਤਾਂ ਪੂਰਨ ਇਕਾਗਰ ਹੁੰਦਾ, ਥੋੜੀ ਆਵਾਜ਼ ਵਿੱਚ ਵੀ ਸੁਣ ਲੈਂਦਾ। ਕਈ ਵਾਰ ਉੱਥੇ ਧਿਆਨ ਕੇਂਦਰਿਤ ਨਹੀਂ ਹੁੰਦਾ,
ਤੇ ਬਹੁਤ ਉੱਚੀ ਆਵਾਜ਼ ਵਿੱਚ ਵੀ ਸੁਣਾਈ ਨਹੀਂ ਦਿੰਦਾ। ਪਰ ਅਸਲ ਵਿੱਚ ਇਹੋ ਜਿਹੇ ਬਜ਼ੁਰਗਾਂ ਵਾਲੀ ਹਾਲਤ ਸਾਡੀ ਸਾਰਿਆਂ ਦੀ ਹੈ ਕਿ ਆਪਣੇ ਮਤਲਬ ਦੀ ਗੱਲ ਉਸਤਤ ਦੀ ਹੋਵੇ ਤੇ ਅਸੀਂ ਸੁਣ ਲੈਂਦੇ ਹਾਂ, ਨਿੰਦਾ ਦੀ ਹੋਵੇ ਤੇ ਸਾਡੇ ਕੋਲੋਂ ਸੁਣਾਈ ਨਹੀਂ ਦਿੰਦੀ। ਆਪਣੀ ਨਿੰਦਾ ਦੀ, ਦੂਸਰੇ ਦੀ ਨਿੰਦਾ ਤਾਂ ਦਿੰਦੀ ਹੈ ਸੁਣਾਈ, ਪਰ ਆਪਣੀ ਨਹੀਂ। ਇਸ ਕਰਕੇ ਗੁਰਦੇਵ ਕਹਿੰਦੇ ਪਰਾਈ ਨਿੰਦਾ ਦੇ ਰਸ ਵਿੱਚ ਤੂੰ ਰਚਿਆ ਹੋਇਆ। ਰਾਮ ਭਗਤ ਨਹਿ ਕੀਨੇ, ਉਹ ਜਿਹੜਾ ਰਾਮ ਸਾਰੇ ਜਗਤ ਦੇ ਵਿੱਚ ਰਮਿਆ ਹੋਇਆ ਹੈ, ਉਹਦੀ ਭਗਤੀ ਤੂੰ ਨਹੀਂ ਕੀਤੀ, ਉਹਦੀ ਇਬਾਦਤ ਨਹੀਂ ਕੀਤੀ। ਜਿਸ ਦੇ ਵਾਸਤੇ ਤੂੰ ਇਹ ਸੰਸਾਰ ਦੇ ਵਿੱਚ ਆਇਆ ਹੈ ਉਹ ਕੰਮ ਨਹੀਂ ਕੀਤਾ, ਪਰਮੇਸ਼ਰ ਦੀ ਭਗਤੀ ਨਹੀਂ ਕੀਤੀ। ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕਉ ਧਾਇਆ। ਜਿਹੜਾ ਮੁਕਤੀ ਦਾ ਰਾਹ ਸੀ ਗਿਆਨ, ਮੁਕਤੀ ਦਾ ਰਸਤਾ ਕਿਹੜਾ? ਗਿਆਨ ਹੀ ਹੈ ਨਾ। ਭਗਤੀ ਵਿੱਚੋਂ ਗਿਆਨ ਉਪਜਦਾ ਹੈ, ਔਰ ਉਹੀ ਗਿਆਨ ਮੁਕਤੀ ਦਾ ਰਸਤਾ ਹੈ। ਮੁਕਤੀ ਦਾ ਜਿਹੜਾ ਰਸਤਾ ਹੈ ਗਿਆਨ, ਉਹ ਤੂੰ ਗੁਰੂ ਦੀ ਸ਼ਰਨ ਵਿੱਚ ਆ ਕੇ ਨਹੀਂ ਜਾਣਿਆ। ਮੁਕਤ ਪੰਥ ਜਾਣਿਓ ਤੈ ਨਾਹਨ, ਉਹ ਤੂੰ ਜਾਣਿਆ ਨਹੀਂ ਹੈ। ਸਗਵਾਂ ਗਿਆਨ ਤੋਂ ਵਿਹੂਣਾ ਹੋ ਕੇ ਆਪਣੀ ਸਾਰੀ ਜ਼ਿੰਦਗੀ ਧਨ ਜੋੜਨ ਲਈ, ਧਨ ਇਕੱਤਰ ਕਰਨ ਵਾਸਤੇ ਲਾ ਦਿੱਤੀ। ਧਨ ਜੋੜਨ ਕਉ ਧਾਇਆ, ਧਨ ਨੂੰ ਜੋੜਨ ਵਾਸਤੇ ਤੂੰ ਦਿਨ ਰਾਤ ਧਾਇਆ ਕਹੀਏ ਭੱਜਿਆ ਫਿਰਦਾ, ਦੌੜਿਆ ਫਿਰਦਾ। ਨਾ ਤੈਨੂੰ ਦਿਨੇ ਚੈਨ ਹੈ, ਨਾ ਤੈਨੂੰ ਰਾਤ ਨੂੰ ਚੈਨ ਹੈ। ਧਨ ਜੋੜਨ ਵਾਸਤੇ ਤੂੰ ਦਿਨ ਰਾਤ ਭੱਜਿਆ ਫਿਰਦਾ, ਦੌੜਿਆ ਫਿਰਦਾ ਹੈ। ਅੰਤ ਸੰਗ ਕਾਹੂ ਨਹੀਂ ਦੇਨਾ, ਬਿਰਥਾ ਆਪ ਬੰਧਾਇਆ। ਇਹਨਾਂ ਵਿੱਚੋਂ ਅੰਤ ਨੂੰ ਕਿਸੇ ਨੇ ਵੀ ਤੇਰਾ ਸਾਥ ਨਹੀਂ ਦਿੱਤਾ, ਨਾ ਕਿਸੇ ਸੰਗੀ ਨੇ, ਨਾ ਕਿਸੇ ਸੰਬੰਧੀ ਨੇ, ਨਾ ਕਿਸੇ ਮਿੱਤਰ ਨੇ, ਨਾ ਤੇਰੇ ਜੋੜੇ ਹੋਏ ਧਨ ਨੇ। ਕਿਸੇ ਨੇ ਵੀ ਅੰਤ ਨੂੰ ਤੇਰਾ ਸੰਗ ਸਾਥ ਨਹੀਂ ਦਿੱਤਾ। ਇਸ ਤਰ੍ਹਾਂ ਵੀ ਅਰਥ ਕੀਤਾ ਜਾਂਦਾ ਮਹਾਂਪੁਰਸ਼ਾਂ ਵੱਲੋਂ, ਸਾਰੀ ਜ਼ਿੰਦਗੀ ਜਿਸ ਧਨ ਨੂੰ ਜੋੜਨ ਵਾਸਤੇ ਤੂੰ ਆਪਣੀ ਬਤੀਤ ਕੀਤੀ ਔਰ ਇਕੱਤਰ ਕੀਤਾ, ਅੰਤ ਨੂੰ ਤੇਰੇ ਕਿਸੇ ਸੰਬੰਧੀ ਨੇ ਇਕੱਠਾ ਕਰਕੇ ਉਹ ਤੇਰੇ ਨਾਲ ਨਹੀਂ ਭੇਜਿਆ। ਸਗੋਂ ਜੇ ਕੋਈ ਸੋਨੇ ਦੀ ਚੀਜ਼ ਪਾਈ ਵੀ ਸੀ ਤੇਰੇ ਸਰੀਰ ਤੇ, ਉਹ ਵੀ ਲਾ ਲਈ। ਮਰੇ ਹੋਏ ਬੰਦੇ ਦੀਆਂ ਪਹਿਲਾਂ ਘਰ ਦੇ ਜੀ ਜੇਬਾਂ ਫਰੋਲਦੇ ਆ ਕਿ ਕੋਈ ਤੇ ਜੇਬ ਦੇ ਵਿੱਚ ਕੋਈ ਪੈਸਾ ਟਕਾ ਹੈ ਤਾਂ ਉਹ ਕੱਢ ਕੇ ਵੱਖਰਾ ਰੱਖ ਲਈਏ, ਕੋਈ ਸੋਨੇ ਦਾ ਗਹਿਣਾ ਪਾਇਆ ਹੋਵੇ ਉਹ ਲਾ ਕੇ ਰੱਖਦੇ ਆ। ਕਹਿੰਦੇ ਵੀ ਅੰਤ ਨੂੰ ਤੂੰ ਸਾਰਾ ਕੁਝ ਜੋ ਜੋੜਿਆ ਹੋਇਆ ਸੀ ਉਹ ਕਿਸੇ ਨੇ ਵੀ ਤੇਰੇ ਨਾਲ ਨਹੀਂ ਦਿੱਤਾ, ਨਾਲ ਨਹੀਂ ਭੇਜਿਆ ਵੀ ਸਾਰੀ ਜ਼ਿੰਦਗੀ ਇਹਨੇ ਜੋੜਿਆ ਵੀ ਚਲੋ ਇਹਦੇ ਵਿੱਚੋਂ 20-50 ਲੱਖ ਦੀ ਕਬਰ ਵਿੱਚ ਰੱਖ ਕੇ ਇਹਨੂੰ ਨਾਲ ਭੇਜ ਦਈਏ, ਜਾਂ ਇਹਦੇ ਅੰਗੀਠੇ ਦੇ ਵਿੱਚ ਹੀ ਇਹਦੇ ਨਾਲ ਸਾੜ ਭੁੰਨ ਦਈਏ। ਕਹਿੰਦੇ ਉਹ ਵੀ ਅੰਤ ਨੂੰ ਆਪ ਹੀ ਉਹਦੇ ਤੇ ਕਾਬਜ ਹੋ ਜਾਂਦੇ ਆ। ਤੇ ਕਹਿੰਦੇ ਤੂੰ ਸਾਰੀ ਜ਼ਿੰਦਗੀ ਵਿਅਰਥੀ ਇਹਦੇ ਵਿੱਚ ਆਪਣੇ ਆਪ ਨੂੰ ਬੰਨੀ ਰੱਖਿਆ। ਨੌਵੇਂ ਪਾਤਸ਼ਾਹ ਕਿਤਨੇ ਵਿਰਾਗ ਦੇ ਵਿੱਚ ਆ ਕੇ ਪੁੱਛਦੇ, ਬਿਰਥਾ ਆਪ ਬੰਧਾਇਆ। ਤੂੰ ਬੇਫਜ਼ੂਲ ਵਿਅਰਥੀ ਇਹਦੇ ਵਿੱਚ ਆਪਣੇ ਆਪ ਨੂੰ ਬਣਾਈ ਰੱਖਿਆ ਸਾਰੀ ਜ਼ਿੰਦਗੀ, ਇਸ ਬੰਧਨ ਦੇ ਵਿੱਚ ਆਪਣੇ ਆਪ ਨੂੰ ਪਾਈ ਰੱਖਿਆ। ਤੂੰ ਗਿਆਨ ਦਾ ਰਸਤਾ, ਮੁਕਤੀ ਦਾ ਰਸਤਾ ਨਹੀਂ ਜਾਣਿਆ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਾ ਤੂੰ ਹਰੀ ਦਾ ਭਜਨ ਕੀਤਾ। ਜਦੋਂ ਕਹਿੰਦੇ ਸੀ ਭਜਨ ਕਰਿਆ ਕਰ, ਉਦੋਂ ਕਹਿੰਦਾ ਸੀ ਮੇਰੇ ਕੋਲ ਟਾਈਮ ਨਹੀਂ ਹੈ, ਮੇਰੇ ਕੋਲ ਸਮਾਂ ਨਹੀਂ ਹੈ। ਜਿਹੜੇ ਬੰਦੇ ਕੋਲ ਆਪਣੇ ਵਾਸਤੇ ਵੀ ਸਮਾਂ ਨਹੀਂ, ਉਹ ਕੋਈ ਬੰਦਾ? ਆਪਣੇ ਵਾਸਤੇ ਵੀ ਸਮਾਂ ਨਹੀਂ। ਕਹਿੰਦੇ ਨਾ ਤੂੰ ਹਰੀ ਦਾ ਭਜਨ ਕੀਤਾ। ਜਦੋਂ ਭਜਨ ਦੀ ਗੱਲ ਹੁੰਦੀ ਸੀ
ਉਦੋਂ ਕਹਿੰਦਾ ਸੀ ਜੀ ਟਾਈਮ ਹੀ ਨਹੀਂ ਲੱਗਦਾ ਜੀ, ਨਾ ਨਿਤਨੇਮ ਕਰਨ ਦਾ ਟਾਈਮ ਲੱਗਦਾ, ਨਾ ਬਾਣੀ ਪੜ੍ਹਨ ਦਾ, ਨਾ ਗੁਰੂ ਘਰ ਜਾਣ ਦਾ। ਕਹਿੰਦੇ ਜੀ ਕੀ ਕਰੀਏ ਜੀ, ਕੰਮਕਾਰ ਹੀ ਇੰਨੇ ਨੇ। ਏਦਾਂ ਦੇ ਪ੍ਰਾਣੀਆਂ ਨੂੰ ਮਹਾਰਾਜ ਜੀ ਇੱਥੇ ਇੱਕ ਪ੍ਰਕਾਰ ਦੀ ਚਪੇੜ ਮਾਰ ਰਹੇ ਨੇ। ਅੱਖਾਂ ਖੋਲੋ। ਕਹਿੰਦੇ ਨਾ ਤੂੰ ਹਰੀ ਦਾ ਭਜਨ ਕੀਤਾ ਤੇ ਨਾ ਗੁਰੂ ਤੇ ਰੱਬ ਦੇ ਪਿਆਰਿਆਂ ਦੀ ਸੇਵਾ ਕੀਤੀ, ਨਾ ਹਰ ਭਜਿਓ ਨਾ ਗੁਰ ਜਨ ਸੇਵਿਓ। ਨਾ ਗੁਰੂ ਦੀ ਸੇਵਾ ਕੀਤੀ, ਨਾ ਗੁਰੂ ਦੇ ਪਿਆਰਿਆਂ ਦੀ ਸੇਵਾ ਕੀਤੀ, ਨਾ ਹੀ ਹਰੀ ਵਾਹਿਗੁਰੂ ਪਰਮੇਸ਼ਰ ਦਾ ਭਜਨ ਕੀਤਾ। ਨਹਿ ਉਪਜਿਓ ਕਛ ਗਿਆਨਾ, ਨਾ ਹੀ ਤੇਰੇ ਅੰਦਰ ਕੋਈ ਗਿਆਨ ਦੀ ਚਿਣਗ ਉਪਜੀ। ਗਿਆਨ ਦਾ ਲੇਸ਼ ਮਾਤਰ ਵੀ ਤੇਰੇ ਹਿਰਦੇ ਵਿੱਚ ਨਹੀਂ ਉਪਜਿਆ, ਕਿਉਂਕਿ ਗੁਰੂ ਦੀ ਸੇਵਾ ਹੀ ਨਹੀਂ ਕੀਤੀ। ਗਿਆਨ ਕਿੱਥੋਂ ਆਉਣਾ ਸੀ? ਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰੂ ਦੀ ਸੇਵਾ ਕੀਤੀ ਹੁੰਦੀ ਤੇ ਗਿਆਨ ਪ੍ਰਾਪਤ ਹੁੰਦਾ। ਕਹਿੰਦੇ ਗੁਰੂ ਦੀ ਸ਼ਰਨ ਵਿੱਚ ਤਾਂ ਤੂੰ ਗਿਆ ਹੀ ਨਹੀਂ, ਇਸ ਕਰਕੇ ਨਾ ਹੀ ਤੇਰੇ ਹਿਰਦੇ ਵਿੱਚ ਕੋਈ ਗਿਆਨ ਉਪਜਿਆ। ਘਾਟ ਹੀ ਮਹਿ ਨਰੰਜਨ ਤੇਰਾ, ਤੈ ਖੋਜਤ ਉਦਿਆਨਾ। ਉਹ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੇਰੇ ਇਸ ਘਟ ਦੇ ਅੰਦਰ ਹੀ ਹੈ। ਤੂੰ ਉਹਨੂੰ ਬਾਹਰ ਉਦਿਆਨ ਵਿੱਚ, ਜੰਗਲ ਵਿੱਚ ਭਰਮ ਕੇ ਲੱਭਦਾ ਫਿਰਦਾ, ਭਟਕ ਕੇ ਲੱਭਦਾ ਫਿਰਦਾ। ਤੈ ਖੋਜਤ ਉਦਿਆਨਾ, ਤੂੰ ਉਦਿਆਨ ਵਿੱਚ, ਜੰਗਲ ਵਿੱਚ ਲੱਭਦਾ ਫਿਰਦਾ। ਬਨ ਬਨ ਫਿਰਤੀ ਢੂੰਡਤੀ ਬਸਤ ਰਹੀ ਘਰ ਬਾਰ। ਤੂੰ ਜੰਗਲ ਦੇ ਵਿੱਚ ਲੱਭਦੀ ਫਿਰਦੀਆਂ ਵਾਹਿਗੁਰੂ ਨੂੰ, ਉਹ ਤਾਂ ਤੇਰੇ ਹਿਰਦੇ ਰੂਪੀ ਘਰ ਵਿੱਚ ਵਸਦਾ ਹੈ। ਕਾਹੇ ਰੇ ਬਨ ਖੋਜਨ ਜਾਈ, ਨੌਵੇਂ ਪਾਤਸ਼ਾਹ ਦੀ ਬਚਨ ਨੇ। ਤੂੰ ਜੰਗਲ ਵਿੱਚ ਕੀ ਖੋਜਣ ਜਾਣਾ, ਕੀ ਲੱਭਣ ਜਾਣਾ ਵੀ ਸੱਜਣਾ? ਤੂੰ ਜੰਗਲ ਦੇ ਵਿੱਚ ਭਾਲਦਾ ਫਿਰਦਾ ਹੈ, ਉਹ ਤਾਂ ਤੇਰੇ ਇਸ ਘਟ ਦੇ ਹਿਰਦੇ ਦੇ ਵਿੱਚ ਹੀ ਵਸਦਾ ਹੈ। ਹਾਂਜੀ। ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਏ। ਬੜੇ ਜਨਮ ਭਰਮ ਭਰਮ ਕੇ ਤੂੰ ਹਾਰ ਗਿਆ, ਪਰ ਤੈਨੂੰ ਉਹ ਮਤ ਪ੍ਰਾਪਤ ਨਹੀਂ ਹੋਈ ਜਿਹੜੀ ਅਸਥਿਰ ਸਦਾ ਸਥਿਰ ਰਹਿੰਦੀ। ਉਹ ਮਤ ਕਿਹੜੀ ਹੈ? ਆਤਮ ਵਿਸ਼ੈਣੀ ਬੁੱਧੀ। ਜਿਹੜੀ ਬੁੱਧੀ ਆਤਮਾ ਨੂੰ ਵਿਸ਼ੇ ਕਰਕੇ ਉਸ ਨੂੰ ਗ੍ਰਹਿਣ ਕਰ ਲਵੇ, ਉਹ ਅਸਥਿਰ ਮਤ ਨਹੀਂ ਤੈਨੂੰ ਮਿਲੀ। ਆਤਮ ਵਿਸ਼ੈਣੀ ਬੁੱਧੀ ਦੀ ਤੈਨੂੰ ਪ੍ਰਾਪਤੀ ਨਹੀਂ ਹੋਈ ਜਿਹੜੀ ਅਸਥਿਰ ਹੈ। ਹਰ ਜਨਮ ਦੇ ਵਿੱਚ ਭਰਮਦਿਆਂ ਹਾਰ ਗਿਆ, ਪਰ ਤੈਨੂੰ ਆਤਮ ਵਿਸ਼ੈਣੀ ਬੁੱਧ ਦੀ ਪ੍ਰਾਪਤੀ ਨਹੀਂ ਹੋਈ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਏ। ਤੈਨੂੰ ਇਹ ਮਾਨਸ ਦੇਹ ਦੀ ਪਦਵੀ ਪ੍ਰਾਪਤ ਹੋਈ ਹੈ। ਵਿਚਾਰਿਆ ਜਾਏ ਤੇ ਦੁਨੀਆ ਦੀਆਂ ਜਿੰਨੀਆਂ ਪਦਵੀਆਂ ਨੇ, ਚਾਹੇ ਉਹ ਦੇਵ ਕੋਟੀ ਵਿੱਚ ਨੇ, ਦਾਨਵ ਕੋਟੀ ਵਿੱਚ ਨੇ, ਪਸ਼ੂ ਕੋਟੀ ਵਿੱਚ ਨੇ, ਸਭ ਤੋਂ ਸ੍ਰੇਸ਼ਟ ਪਦਵੀ ਮਨੁੱਖ ਜਨਮ ਦੇ ਸਰੀਰ ਦੀ ਹੈ। ਕਿਉਂਕਿ ਦੇਵਤੇ ਵੀ ਇਸ ਦੇਹੀ ਨੂੰ ਪ੍ਰਾਪਤ ਕਰਨ ਲਈ ਲੋਚਦੇ ਨੇ। ਮਾਨਸ ਦੇਹ ਦੀ ਪਦਵੀ ਤੈਨੂੰ ਪ੍ਰਾਪਤ ਹੋਈ ਹੈ, ਤਾਂ ਇਹਦਾ ਮਤਲਬ ਇਹ ਹੈ ਵੀ ਤੈਨੂੰ ਹਰੀ ਦੇ ਭਜਨ ਵਾਸਤੇ ਮਿਲੀ ਹੈ ਇਹ ਦੇਹ। ਇਹਨੂੰ ਜੇ ਤੂੰ ਪ੍ਰਾਪਤ ਕੀਤਾ ਤੇ ਹਰੀ ਦਾ ਭਜਨ ਕਰ। ਨਾਨਕ ਬਾਤ ਬਤਾਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ, ਮੈਂ ਤੈਨੂੰ ਇਹ ਟਿਕਾਣੇ ਦੀ ਬਾਤ ਦੱਸ ਦਿੱਤੀ। ਟਿਕਾਣੇ ਦੀ ਸਾਰੀਆਂ ਗੱਲਾਂ ਦੀ ਇੱਕ ਗੱਲ ਦੱਸ ਦਿੱਤੀ। ਜਿਵੇਂ ਕਹਿ ਨਹੀਂ ਦਿੰਦੇ ਸਾਰੀਆਂ ਗੱਲਾਂ ਦੀ ਇੱਕ ਗੱਲ, ਸਾਰੀਆਂ ਗੱਲਾਂ ਦੀ ਇੱਕ ਗੱਲ ਹੈ ਵੀ ਤੈਨੂੰ ਇਹ ਮਨੁੱਖਾ ਸਰੀਰ ਮਿਲਿਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਨ ਵਾਸਤੇ, ਨਿਰੰਕਾਰ ਦੀ ਬੰਦਗੀ ਕਰਨ ਵਾਸਤੇ।